ਮੇਰੀ ਮਾਲਕਣ ਤੀਰਥ ਯਾਤਰਾ 'ਤੇ ਗਈ ਤਾਂ ਆਪਣੀ 15 ਸਾਲ ਦੀ ਬੇਟੀ ਨੂੰ ਮੇਰੇ ਕੋਲ ਛੱਡ ਗਈ। ਮੈਂ ਵੀ ਭੱਜ-ਭੱਜ ਕੇ ਉਸਦੇ ਸਾਰੇ ਕੰਮ ਕਰਦਾ ਤੇ ਰਾਤ ਹੁੰਦੀ ਤਾਂ ਉਸਨੂੰ ਆਪਣੇ ਕੋਲ ਸੁਲਾ ਲੈਂਦਾ, ਕਿਉਂਕਿ ਮਾਲਕਣ ਨੇ ਮੈਨੂੰ ਸਖਤ ਹਿਦਾਇਤ ਦਿੱਤੀ ਸੀ ਕਿ ਤੂੰ ਮੇਰੀ ਬੇਟੀ ਦੇ ਕੋਲ ਹੀ ਸੌਣਾ। ਉਹ ਮੈਨੂੰ ਕਹਿੰਦੀ ਕਿ ਰਾਜੇਸ਼, ਮੇਰਾ ਘਰ ਤੇ ਹੁਣ ਤੇਰੇ ਹਵਾਲੇ ਹੈ। ਮਾਲਕਣ ਨੇ ਵੀ ਮੈਨੂੰ ਇਜਾਜ਼ਤ ਦੇ ਰੱਖੀ ਸੀ। ਇੱਕ ਰਾਤ ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ। ਜਦ ਮੈਂ ਉੱਠ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਅੱਜ ਰਾਤ ਮਾਲਕਣ ਨੇ ਤੀਰਥ ਯਾਤਰਾ 'ਤੇ ਜਾਣਾ ਸੀ, ਇਸ ਲਈ ਸਵੇਰ ਤੋਂ ਹੀ ਮੇਰੀ ਜਾਨ ਅੱਜ ਮੁੱਠੀ ਵਿੱਚ ਆਈ ਹੋਈ ਸੀ। ਉਹ ਬਾਰ-ਬਾਰ ਮੈਨੂੰ ਕਹਿੰਦੀ ਕਿ ਰਾਜੇਸ਼, ਮੇਰਾ ਪੂਰਾ ਘਰ ਤੇਰੇ ਹਵਾਲੇ ਹੈ। ਮੈਂ ਜਿੰਨਾ ਭਰੋਸਾ ਤੇਰੇ 'ਤੇ ਕਰ ਸਕਦੀ ਹਾਂ, ਓਨਾ ਕਿਸੇ ਹੋਰ ਨੌਕਰ 'ਤੇ ਨਹੀਂ ਕਰ ਸਕਦੀ। ਮੇਰਾ ਨਾਮ ਰਾਜੇਸ਼ ਹੈ ਤੇ ਮੇਰੀ ਉਮਰ 27 ਸਾਲ ਦੀ ਹੈ, ਪਰ ਮੈਂ 12 ਸਾਲ ਦੀ ਉਮਰ ਤੋਂ ਹੀ ਮਾਲਕਣ ਦੇ ਘਰ ਵਿੱਚ ਕੰਮ ਕਰ ਰਿਹਾ ਸੀ। ਇਸ ਲਈ ਉਹ ਜਿੰਨਾ ਭਰੋਸਾ ਮੇਰੇ 'ਤੇ ਕਰਦੀ ਸੀ, ਓਨਾ ਕਿਸੇ ਹੋਰ 'ਤੇ ਨਹੀਂ ਕਰਦੀ ਸੀ। ਇਸੇ ਲਈ ਉਹ ਮੈਨੂੰ ਹਰ ਗੱਲ ਬਾਰ-ਬਾਰ ਦੱਸ ਰਹੀ ਸੀ। ਉਹ ਕਹਿ ਰਹੀ ਸੀ ਕਿ ਦੇਖ ਰਾਜੇਸ਼, ਮੈਂ ਆਪਣੀ ਬੇਟੀ ਸੀਮਾ ਨੂੰ ਘਰ ਹੀ ਛੱਡ ਕੇ ਜਾ ਰਹੀ ਹਾਂ। ਤੂੰ ਉਸਦਾ ਪੂਰਾ ਖਿਆਲ ਰੱਖੀਂ। ਤੈਨੂੰ ਤਾਂ ਪਤਾ ਹੀ ਹੈ ਨਾ ਕਿ ਉਸਨੂੰ ਨੀਂਦ ਵਿੱਚ ਚੱਲਣ ਦੀ ਬਿਮਾਰੀ ਹੈ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਕਿ ਮੈਨੂੰ ਪਤਾ ਹੈ, ਜਦਕਿ ਮੈਨੂੰ ਕੁਝ ਵੀ ਪਤਾ ਨਹੀਂ ਸੀ, ਕਿਉਂਕਿ ਉਹ ਤਾਂ ਆਪਣੇ ਕਮਰੇ ਵਿੱਚ ਸੌਂਦੀ ਸੀ ਤਾਂ ਮੈਨੂੰ ਕਿਵੇਂ ਪਤਾ ਹੋ ਸਕਦਾ ਹੈ। ਭਾਵੇਂ ਉਹ ਉਮਰ ਵਿੱਚ 15 ਸਾਲ ਦੀ ਸੀ, ਪਰ ਉਹ ਥੋੜ੍ਹੀ ਸਿੱਧਰੀ ਜਿਹੀ, ਬੇਫਿਕਰ ਜਿਹੀ ਮਾਲਕਣ ਦੀ ਲਾਡਲੀ ਇਕਲੌਤੀ ਬੇਟੀ ਸੀ। ਉਹ ਲਾਡਾਂ ਪਿਆਰਾਂ ਨਾਲ ਪਲੀ ਸੀ। ਅਜੇ ਤੱਕ ਗੁੱਡੀ ਗੁੱਡਿਆਂ ਨਾਲ ਹੀ ਖੇਡਦੀ ਸੀ। ਮੈਂ ਮਾਲਕਣ ਨੂੰ ਕਿਹਾ ਕਿ ਮੈਂ ਇਸਦਾ ਪੂਰਾ ਖਿਆਲ ਰੱਖਾਂਗਾ, ਪਰ ਇਸ ਤੋਂ ਬਾਅਦ ਮਾਲਕਣ ਨੇ ਜੋ ਗੱਲ ਮੈਨੂੰ ਕਹੀ, ਮੈਂ ਹੈਰਾਨ ਰਹਿ ਗਿਆ। ਉਹ ਕਹਿਣ ਲੱਗੀ ਕਿ ਰਾਤ ਨੂੰ ਮੇਰੀ ਬੇਟੀ ਕੋਲ ਹੀ ਸੌਂ ਜਾਣਾ ਤੇ ਇਸਦੇ ਕਮਰੇ ਵਿੱਚ ਹੀ ਰਹਿਣਾ। ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ। ਇਹ ਸਭ ਸੁਣ ਕੇ ਮੇਰਾ ਤਾਂ ਦਿਮਾਗ ਘੁੰਮਣ ਲੱਗਿਆ ਸੀ। ਮੈਂ ਕਿਹਾ, ਮਾਲਕਣ, ਮੈਂ ਕਿਵੇਂ ਛੋਟੀ ਮਾਲਕਣ ਦੇ ਕਮਰੇ ਵਿੱਚ ਸੌਂ ਸਕਦਾ? ਤੁਸੀਂ ਸੋਚ ਕੇ ਤਾਂ ਗੱਲ ਕਰੋ। ਇਹ ਸਭ ਠੀਕ ਨਹੀਂ ਹੈ। ਰਾਜੇਸ਼, ਮੈਂ ਕੁਝ ਨਹੀਂ ਸੁਣਨਾ। ਮੈਂ ਜੋ ਕਹਿ ਦਿੱਤਾ ਬਸ ਕਹਿ ਦਿੱਤਾ। ਤੂੰ ਸੀਮਾ ਦੇ ਹੀ ਕਮਰੇ ਵਿੱਚ ਰਹੇਂਗਾ। ਇਹੀ ਗੱਲ ਤੇ ਮੈਨੂੰ ਮਾਲਕਣ ਦੀ ਚੰਗੀ ਨਹੀਂ ਲੱਗ ਰਹੀ ਸੀ, ਪਰ ਮੈਂ ਉਹਨਾਂ ਨੂੰ ਬਾਰ-ਬਾਰ ਨਾ ਵੀ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਮਨ ਵਿੱਚ ਇਹ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਸੋਵਾਂਗਾ ਹੀ ਨਹੀਂ। ਮੇਰੀ ਮਾਲਕਣ ਇੱਕ ਵਿਧਵਾ ਔਰਤ ਸੀ। ਮਾਲਕ ਦੀ ਬਹੁਤ ਸਾਰੀ ਜ਼ਮੀਨ ਜਾਇਦਾਦ ਸੀ, ਜਿੱਥੋਂ ਉਹਨਾਂ ਨੂੰ ਕਾਫੀ ਪੈਸਾ ਆਉਂਦਾ ਸੀ, ਤੇ ਉਹਨਾਂ ਦੀ ਇੱਕ ਹੀ ਬੇਟੀ ਸੀ ਜਿਹੜੀ ਕਿ ਲਾਡਾਂ ਪਿਆਰਾਂ ਨਾਲ ਪਾਲੀ ਸੀ। ਜਦ ਮੈਂ ਮਾਲਕਣ ਦੇ ਘਰ ਕੰਮ ਕਰਨ ਲਈ ਆਇਆ ਸੀ, ਉਸ ਵਕਤ ਮਾਲਕ ਜਿੰਦਾ ਸੀ। ਉਹ ਮਾਲਕਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਇਹਨਾਂ ਦੀ ਲਵ ਮੈਰਿਜ ਹੋਈ ਸੀ। ਦੋਨੋਂ ਬਹੁਤ ਖੁਸ਼ ਸਨ। ਸੀਮਾ ਦੇ ਜਨਮ ਤੋਂ 2 ਸਾਲ ਬਾਅਦ ਹੀ ਮਾਲਕ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਮਾਲਕਣ ਨੂੰ ਕਾਫੀ ਸਦਮਾ ਲੱਗਿਆ ਸੀ। ਉਹ ਅਜੀਬ-ਅਜੀਬ ਗੱਲਾਂ ਕਰਨ ਲੱਗ ਗਈ। ਕਦੇ ਕਹਿੰਦੀ ਕਿ ਉਹ ਹੁਣੇ ਹੀ ਆ ਜਾਣਗੇ, ਉਹਨਾਂ ਦੀ ਮੌਤ ਨਹੀਂ ਹੋ ਸਕਦੀ, ਉਹ ਮੈਨੂੰ ਛੱਡ ਕੇ ਨਹੀਂ ਜਾ ਸਕਦੇ। ਮੈਂ ਉਸ ਵਕਤ 14 ਸਾਲ ਦਾ ਸੀ, ਪਰ ਮਾਲਕਣ ਦੀ ਅਜਿਹੀ ਹਾਲਤ ਦੇਖ ਕੇ ਮੈਂ ਵੀ ਬਹੁਤ ਰੋਇਆ ਸੀ, ਕਿਉਂਕਿ ਉਹਨਾਂ ਦਾ ਰਵੱਈਆ ਸ਼ੁਰੂ ਤੋਂ ਹੀ ਮੇਰੇ ਨਾਲ ਬਹੁਤ ਚੰਗਾ ਸੀ। ਉਹ ਮੇਰਾ ਵੀ ਬਹੁਤ ਖਿਆਲ ਰੱਖਦੀ ਸੀ, ਇਸ ਲਈ ਮੇਰੇ ਤੋਂ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ। ਮਾਲਕਣ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਬਹੁਤ ਕਿਹਾ ਕਿ ਉਹ ਦੂਜਾ ਵਿਆਹ ਕਰਵਾ ਲਵੇ, ਪਰ ਮਾਲਕਣ ਨੇ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਮਾਲਕ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹ ਕਹਿਣ ਲੱਗੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਪਤੀ ਦੇ ਨਾਮ 'ਤੇ ਹੀ ਗੁਜ਼ਾਰ ਦੇਵਾਂਗੀ, ਤੇ ਮਾਲਕਣ ਨੇ ਕੀਤਾ ਵੀ ਅਜਿਹਾ ਹੀ। ਉਹਨਾਂ ਨੇ ਪੂਰੇ ਘਰ ਨੂੰ ਸੰਭਾਲ ਲਿਆ ਸੀ ਤੇ ਆਪਣੇ ਆਪ ਨੂੰ ਵੀ। ਉਹਨਾਂ ਦੇ ਘਰ ਬਹੁਤ ਸਾਰੇ ਨੌਕਰ ਸਨ, ਪਰ ਉਹਨਾਂ ਲਈ ਸਭ ਤੋਂ ਜ਼ਿਆਦਾ ਵਫ਼ਾਦਾਰ ਤੇ ਭਰੋਸਾ ਕਰਨ ਵਾਲਾ ਨੌਕਰ ਮੈਂ ਹੀ ਸੀ। ਕਾਰੋਬਾਰ ਦੀ ਦੇਖਭਾਲ ਵੀ ਮਾਲਕਣ ਨੇ ਮੇਰੇ ਹਵਾਲੇ ਕਰ ਰੱਖੀ ਸੀ। ਮੈਂ ਵੀ ਕਦੇ ਨਮਕ ਹਰਾਮੀ ਨਹੀਂ ਕੀਤੀ ਸੀ। ਪੂਰਾ ਵਫ਼ਾਦਾਰ ਸੀ ਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਸੀ। ਇਸ ਲਈ ਜਦ ਮਾਲਕਣ ਨੇ ਕਿਹਾ ਕਿ ਉਹ ਤੀਰਥ ਯਾਤਰਾ 'ਤੇ ਜਾਣਾ ਚਾਹੁੰਦੀ ਹੈ, ਤਾਂ ਸੀਮਾ ਨੇ ਪਹਿਲਾਂ ਤਾਂ ਬੜਾ ਹੰਗਾਮਾ ਖੜਾ ਕਰ ਦਿੱਤਾ ਸੀ, ਪਰ ਉਸਦੇ ਫਾਈਨਲ ਪੇਪਰ ਸਨ। ਇਸ ਲਈ ਮਾਲਕਣ ਨੇ ਕਿਹਾ ਕਿ ਮੈਂ ਤੇਰੀ ਪੜ੍ਹਾਈ ਖਰਾਬ ਨਹੀਂ ਕਰਨਾ ਚਾਹੁੰਦੀ, ਨਹੀਂ ਤਾਂ ਮੈਂ ਤੈਨੂੰ ਆਪਣੇ ਨਾਲ ਲੈ ਜਾਂਦੀ। ਤੂੰ ਅਗਲੀ ਵਾਰ ਮੇਰੇ ਨਾਲ ਚੱਲੀਂ। ਬੜੀ ਮੁਸ਼ਕਲ ਦੇ ਨਾਲ ਸੀਮਾ ਮੰਨੀ ਸੀ, ਪਰ ਜਿਹੜੀ ਗੱਲ ਮਾਲਕਣ ਮੈਨੂੰ ਕਹਿ ਰਹੀ ਸੀ, ਉਹ ਮੇਰੇ ਤੋਂ ਸਹੀ ਨਹੀਂ ਜਾ ਰਹੀ ਸੀ। ਮੈਨੂੰ ਸਭ ਕੁਝ ਸਮਝਾ ਕੇ ਮਾਲਕਣ ਯਾਤਰਾ 'ਤੇ ਚਲੇ ਗਏ। ਮਾਲਕਣ ਦੇ ਜਾਂਦੇ ਹੀ ਮੈਂ ਗਹਿਰੀ ਲੰਬਾ ਸਾਹ ਲਿਆ, ਕਿਉਂਕਿ ਸਾਰਾ ਦਿਨ ਭੱਜ ਦੌੜ ਕਾਰਨ ਮੈਂ ਥੱਕ ਗਿਆ ਸੀ। ਮੈਂ ਰਸੋਈ ਵਿੱਚ ਕੰਮ ਕਰਨ ਵਾਲੇ ਨੂੰ ਬੁਲਾਇਆ ਤੇ ਇੱਕ ਵਧੀਆ ਜਿਹੀ ਚਾਹ ਬਣਾਉਣ ਲਈ ਕਿਹਾ। ਮਾਲਕਣ ਦੇ ਹੁੰਦੇ ਹੋਏ ਮੈਂ ਕਦੇ ਸੋਫੇ 'ਤੇ ਨਹੀਂ ਬੈਠਿਆ ਸੀ। ਹਾਲਾਂਕਿ ਉਹਨਾਂ ਨੇ ਮੈਨੂੰ ਕਦੇ
ਇਨਕਾਰ ਨਹੀਂ ਕੀਤਾ ਸੀ, ਪਰ ਮੈਂ ਨੌਕਰ ਅਤੇ ਮਾਲਕ ਦੀ ਮਰਿਆਦਾ ਹਮੇਸ਼ਾ ਕਾਇਮ ਰੱਖੀ ਸੀ। ਪਰ ਮੈਂ ਸੋਚ ਰਿਹਾ ਸੀ ਕਿ ਮਾਲਕਣ ਗਈ ਹੈ ਤਾਂ ਮੈਂ ਵੀ ਕੁਝ ਦਿਨ ਮਾਲਕਾਂ ਦੀ ਠਾਠ ਬਾਠ ਵਾਂਗ ਰਹਿ ਕੇ ਦੇਖ ਲਵਾਂ। ਮੈਂ ਆਪਣੀਆਂ ਲੱਤਾਂ ਸਾਹਮਣੇ ਸ਼ੀਸ਼ੇ ਦੇ ਮੇਜ਼ 'ਤੇ ਰੱਖ ਕੇ ਬੈਠ ਗਿਆ। ਰਿਮੋਟ ਹੱਥ ਵਿੱਚ ਲੈ ਕੇ ਟੀਵੀ 'ਤੇ ਚੈਨਲ ਬਦਲਣ ਲੱਗਿਆ। ਅਜੇ ਮੈਂ ਸੋਚ ਹੀ ਰਿਹਾ ਸੀ ਕਿ ਕਿਹੜਾ ਚੈਨਲ ਦੇਖਾਂ, ਤਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਸੀਮਾ ਹਾਲ ਵਿੱਚ ਆ ਗਈ। ਜਦ ਉਸਨੇ ਮੇਰੇ ਬੈਠਣ ਦੇ ਤੌਰ ਤਰੀਕੇ ਨੂੰ ਦੇਖਿਆ ਤਾਂ ਉਹਦੇ ਮੱਥੇ 'ਤੇ ਵੱਟ ਪੈ ਗਏ ਅਤੇ ਕਹਿਣ ਲੱਗੀ, ਰਾਜੇਸ਼ ਦੇ ਬੱਚੇ, ਤੇਰੀ ਸ਼ਿਕਾਇਤ ਤਾਂ ਮੈਂ ਮਾਂ ਦੇ ਆਉਂਦੇ ਹੀ ਲਗਾਵਾਂਗੀ ਕਿ ਤੂੰ ਕਿਵੇਂ ਉਹਨਾਂ ਦੇ ਕੀਮਤੀ ਟੇਬਲ 'ਤੇ ਪੈਰ ਪਸਾਰ ਕੇ ਬੈਠੇ ਹੋ। ਇਹ ਸੁਣਦੇ ਹੀ ਮੈਂ ਘਬਰਾ ਕੇ ਸਿੱਧਾ ਹੋ ਕੇ ਬੈਠ ਗਿਆ। ਮੈਂ ਕਿਹਾ, ਛੋਟੀ ਬੇਬੀ, ਰੱਬ ਦੇ ਨਾਂ ਵਾਸਤੇ ਮੇਰੀ ਸ਼ਿਕਾਇਤ ਮਾਲਕਣ ਨੂੰ ਨਾ ਦੱਸੀ। ਮੈਂ ਟੀਵੀ ਬੰਦ ਕਰਕੇ ਰਿਮੋਟ ਸਾਈਡ 'ਤੇ ਰੱਖ ਦਿੱਤਾ। ਸੀਮਾ ਮੱਥੇ 'ਤੇ ਗੁੱਸਾ ਲੈ ਕੇ ਆਰਾਮ ਨਾਲ ਸੋਫੇ 'ਤੇ ਬੈਠ ਗਈ ਅਤੇ ਰਿਮੋਟ ਵੀ ਆਪਣੇ ਹੱਥ ਵਿੱਚ ਫੜ ਲਿਆ। ਉਹ ਕਹਿਣ ਲੱਗੀ ਕਿ ਮਾਂ ਘਰ 'ਤੇ ਨਹੀਂ ਹੈ ਤਾਂ ਇਸਦਾ ਮਤਲਬ ਇਹ ਨਾ ਸਮਝਣਾ ਕਿ ਮੈਂ ਤੁਹਾਨੂੰ ਸਿਰ 'ਤੇ ਚੜ੍ਹਾਵਾਂਗੀ। ਜਦੋਂ ਤੱਕ ਮੇਰੀ ਮਾਂ ਘਰ 'ਤੇ ਨਹੀਂ ਹੈ, ਇਸ ਘਰ ਦੀ ਮਾਲਕਣ ਮੈਂ ਹਾਂ। ਇਸ ਲਈ ਜੋ ਮੈਂ ਕਹਾਂਗੀ ਤੁਸੀਂ ਉਹੀ ਕਰੋਗੇ। ਮੈਂ ਸਿਰ ਝੁਕਾਏ ਹੋਏ ਕਿਹਾ, ਜੀ ਛੋਟੀ ਮਾਲਕਣ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਹੋਵੇਗਾ। ਮੇਰਾ ਦਿਲ ਅੰਦਰ ਤੋਂ ਤਾਂ ਜਲ ਰਿਹਾ ਸੀ। ਮੇਰੀ ਕਦੇ ਵੀ ਮਾਲਕਣ ਦੀ ਬੇਟੀ ਨਾਲ 1 ਮਿੰਟ ਵੀ ਨਹੀਂ ਬਣਦੀ ਸੀ। ਹਰ ਵਕਤ ਬਚਕਾਨਾ ਹਰਕਤਾਂ ਕਰਦੀ ਰਹਿੰਦੀ ਸੀ ਅਤੇ ਮੈਂ ਇਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਜਾਂਦਾ ਸੀ। ਉਹ ਮੇਰੇ ਤੋਂ ਬਾਜ਼ਾਰ ਦੇ ਕਈ ਵਾਰ ਚੱਕਰ ਲਗਵਾਉਂਦੀ ਸੀ, ਕਹਿੰਦੀ ਕਿ ਤੂੰ ਮੇਰੇ ਲਈ ਇਹ ਸਮਾਨ ਬਾਜ਼ਾਰ ਤੋਂ ਲਿਆ। ਡਰਾਈਵਰ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਹੋਰ ਨੌਕਰ। ਮਾਲਕਣ ਵੀ ਉਸ ਨੂੰ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਉਹ ਮਾਲਕਣ ਦੀ ਲਾਡਲੀ ਸੀ। ਇੰਨੇ ਨੂੰ ਚਾਹ ਦਾ ਕੱਪ ਲੈ ਕੇ ਰਸੋਈ ਵਾਲਾ ਨੌਕਰ ਵੀ ਆ ਗਿਆ। ਮੈਨੂੰ ਇਸ ਤਰ੍ਹਾਂ ਖੜ੍ਹਾ ਦੇਖ ਕੇ ਉਹ ਮੇਰੇ 'ਤੇ ਅਜੀਬ ਜਿਹੀ ਹਾਸੀ ਹੱਸਿਆ। ਕਹਿਣ ਲੱਗਿਆ, ਹੁਣੇ ਤਾਂ ਬੜਾ ਰੋਅਬ ਮਾਰ ਰਿਹਾ ਸੀ, ਆ ਗਿਆ ਆਪਣੀ ਅਸਲੀ ਔਕਾਤ 'ਤੇ। ਮੈਂ ਉਸਨੂੰ ਘੂਰ ਕੇ ਦੇਖਿਆ। ਫਿਰ ਚਾਹ ਦਾ ਕੱਪ ਉਸਨੇ ਮੇਜ਼ 'ਤੇ ਰੱਖ ਦਿੱਤਾ। ਜਿਹੜੀ ਚਾਹ ਮੈਂ ਪੀਣੀ ਸੀ ਉਹ ਮਜ਼ੇ ਲੈ ਕੇ ਹੁਣ ਸੀਮਾ ਪੀ ਰਹੀ ਸੀ। ਦਿਨ ਇੱਧਰ ਉੱਧਰ ਦੇ ਕੰਮਾਂ ਵਿੱਚ ਐਵੇਂ ਹੀ ਲੰਘ ਗਿਆ। ਜਿਵੇਂ ਹੀ ਰਾਤ ਹੋਈ, ਮੈਂ ਆਪਣੇ ਕੁਆਟਰ ਵਿੱਚ ਜਾਣ ਲੱਗਿਆ ਤਾਂ ਸੀਮਾ ਕਹਿਣ ਲੱਗੀ, ਤੂੰ ਕਿੱਥੇ ਜਾ ਰਿਹਾ ਰਾਜੇਸ਼? ਮਾਂ ਨੇ ਕਿਹਾ ਸੀ ਕਿ ਤੂੰ ਮੇਰੇ ਕਮਰੇ ਵਿੱਚ ਸੌਂ ਜਾਈਂ। ਇਹ ਸੁਣਦੇ ਹੀ ਮੈਨੂੰ ਮਾਲਕਣ ਦੀ ਗੱਲ ਯਾਦ ਆ ਗਈ। ਮੈਂ ਸੀਮਾ ਵੱਲ ਹੈਰਾਨੀ ਨਾਲ ਦੇਖਿਆ। ਮੈਂ ਕਿਹਾ, ਮਾਲਕਣ, ਮੈਨੂੰ ਆਪਣੇ ਕੁਆਟਰ ਤੋਂ ਬਿਨਾਂ ਹੋਰ ਕਿਤੇ ਨੀਂਦ ਨਹੀਂ ਆਉਂਦੀ। ਘਰ ਵਿੱਚ ਹੋਰ ਨੌਕਰਾਣੀ ਹੈ, ਤੁਸੀਂ ਉਸ ਨੂੰ ਆਪਣੇ ਨਾਲ ਪਾ ਲਓ। ਉਹ ਕਹਿਣ ਲੱਗੀ ਕਿ ਮਾਂ ਨੇ ਕਿਹਾ ਸੀ ਤੂੰ ਸੋਵੇਂਗਾ ਤਾਂ ਮਤਲਬ ਤੂੰ ਹੀ ਸੋਵੇਂਗਾ। ਚਲੋ ਸ਼ਰਾਫਤ ਨਾਲ ਆ ਜਾਓ ਮੇਰੇ ਕਮਰੇ ਵਿੱਚ ਅਤੇ ਕਲੀਨ ਵਿਛਾ ਕੇ ਲੇਟ ਜਾਓ। ਮੈਂ ਕਮਰੇ ਵਿੱਚ ਆ ਤਾਂ ਗਿਆ ਸੀ, ਪਰ ਮੈਨੂੰ ਅਜੀਬ ਜਿਹੀ ਬੇਚੈਨੀ ਸ਼ੁਰੂ ਹੋ ਗਈ ਸੀ। ਲਾਈਟ ਬੰਦ ਹੋ ਗਈ ਸੀ ਅਤੇ ਕਮਰੇ ਵਿੱਚ ਹਲਕੀ ਜਿਹੀ ਰੋਸ਼ਨੀ ਸੀ। ਮੇਰਾ ਦਿਲ ਬੜੇ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਭਾਵੇਂ ਉਹ 15 ਸਾਲ ਦੀ ਸੀ, ਪਰ ਮੈਂ ਤਾਂ 27 ਸਾਲ ਦਾ ਸੀ। ਮੈਨੂੰ ਤਾਂ ਹੈਰਾਨੀ ਹੋ ਰਹੀ ਸੀ ਕਿ ਮਾਲਕਣ ਨੇ ਅਜਿਹਾ ਕਿਉਂ ਕਿਹਾ ਕਿ ਮੈਂ ਉਸਦੀ ਬੇਟੀ ਦੇ ਕਮਰੇ ਵਿੱਚ ਸੌਵਾਂ। ਉਹਨਾਂ ਨੂੰ ਚਾਹੀਦਾ ਸੀ ਕਿ ਉਹ ਕਿਸੇ ਨੌਕਰਾਣੀ ਨੂੰ ਸੀਮਾ ਦੇ ਕੋਲ ਪਾਉਂਦੀ। ਮੇਰੀ ਇੱਕ ਨਜ਼ਰ ਬੈੱਡ 'ਤੇ ਪਈ ਸੀਮਾ 'ਤੇ ਗਈ ਅਤੇ ਉਸਦੇ ਚਿਹਰੇ 'ਤੇ ਟਿਕ ਗਈ। ਉਹ ਸੁੱਤੀ ਹੋਈ ਬੜੀ ਮਾਸੂਮ ਲੱਗ ਰਹੀ ਸੀ। ਮੈਂ ਇੱਕਦਮ ਹੀ ਆਪਣੀ ਨਜ਼ਰ ਬਦਲੀ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਉੱਪਰ ਵਾਲੇ ਦਾ ਨਾਮ ਧਿਆਉਂਦੇ ਧਿਆਉਂਦੇ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਫ਼ੋਨ 'ਤੇ ਅਲਾਰਮ ਵੱਜਣ ਨਾਲ ਮੇਰੀ ਅੱਖ ਖੁੱਲ੍ਹੀ। ਮੈਂ ਇੱਕਦਮ ਉੱਠ ਕੇ ਬੈਠ ਗਿਆ। ਦੇਖਿਆ ਕਿ ਸੀਮਾ ਨੀਂਦ ਵਿੱਚ ਹੀ ਅਲਾਰਮ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਸਾਹਮਣੇ ਲੱਗੀ ਹੋਈ ਘੜੀ ਵੱਲ ਦੇਖਿਆ ਤਾਂ 7 ਵੱਜ ਰਹੇ ਸਨ। ਮੈਂ ਜਲਦੀ ਨਾਲ ਉੱਠ ਕੇ ਕਮਰੇ ਵਿੱਚੋਂ ਬਾਹਰ ਨਿਕਲ ਗਿਆ। ਉਸਨੇ ਸਕੂਲ ਜਾਣਾ ਸੀ ਅਤੇ ਉਸਦਾ ਪੇਪਰ ਵੀ ਸੀ। ਮਾਲਕਿਨ ਨੇ ਕਿਹਾ ਸੀ ਕਿ ਸੀਮਾ ਨੂੰ ਡਰਾਈਵਰ ਨਾਲ ਇਕੱਲੇ ਨਾ ਭੇਜਣਾ। ਇਸ ਲਈ ਜਦੋਂ ਸੀਮਾ ਤਿਆਰ ਹੋ ਕੇ ਬਾਹਰ ਆਈ ਤਾਂ ਮੈਂ ਡਰਾਈਵਰ ਦੇ ਨਾਲ ਜਾ ਕੇ ਉਸਨੂੰ ਸਕੂਲ ਛੱਡ ਆਇਆ। ਇਸ ਤੋਂ ਬਾਅਦ ਮੈਂ ਜ਼ਮੀਨਾਂ ਦਾ ਹਿਸਾਬ ਕਿਤਾਬ ਦੇਖਣ ਲੱਗਿਆ। ਹਿਸਾਬ ਕਿਤਾਬ ਦੀ ਸਾਰੀ ਜ਼ਿੰਮੇਵਾਰੀ ਮੇਰੀ ਸੀ। ਮੈਂ ਹਿਸਾਬ ਕਿਤਾਬ ਵਿੱਚ ਅਜਿਹਾ ਉਲਝਿਆ ਕਿ ਮੈਨੂੰ ਯਾਦ ਹੀ ਨਹੀਂ ਰਿਹਾ ਕਿ ਸੀਮਾ ਨੂੰ ਸਕੂਲ ਤੋਂ ਵਾਪਸ ਲੈਣ ਵੀ ਜਾਣਾ ਹੈ। ਜਦ ਤੱਕ ਮੈਂ ਨਾ ਜਾਂਦਾ, ਡਰਾਈਵਰ ਵੀ ਸੀਮਾ ਨੂੰ ਲੈਣ ਨਹੀਂ ਜਾਂਦਾ ਸੀ ਅਤੇ ਇਹ ਮਾਲਕਣ ਦਾ ਹੁਕਮ ਸੀ। ਮੈਂ ਆਪਣੇ ਕੰਮ ਵਿੱਚ ਅਜਿਹਾ ਲੱਗਿਆ ਕਿ ਮੇਰੇ ਦਿਮਾਗ ਵਿੱਚੋਂ ਇਹ ਗੱਲ ਨਿਕਲ ਹੀ ਗਈ। ਸੀਮਾ ਨੂੰ 12 ਵਜੇ ਛੁੱਟੀ ਹੋਣੀ ਸੀ ਅਤੇ ਮੈਨੂੰ 1 ਵੱਜ ਗਿਆ ਸੀ ਜਦ ਫ਼ੋਨ 'ਤੇ ਬੈਲ ਵੱਜੀ। ਜਦ ਮੈਂ ਦੇਖਿਆ ਤਾਂ ਮਾਲਕਣ ਦਾ ਫ਼ੋਨ ਸੀ। ਮੈਂ ਜਲਦੀ ਨਾਲ ਫ਼ੋਨ ਚੁੱਕਿਆ ਤਾਂ ਮਾਲਕਣ ਮੇਰੇ 'ਤੇ ਭੜਕ ਉੱਠੀ ਕਿ ਮੈਨੂੰ ਸੀਮਾ ਦਾ ਫ਼ੋਨ ਆਇਆ ਸੀ। ਉਹ ਅਜੇ ਸਕੂਲ ਵਿੱਚ ਹੀ ਹੈ, ਤੂੰ ਉਸਨੂੰ ਲੈਣ ਕਿਉਂ ਨਹੀਂ ਗਿਆ? ਇਹ ਸੁਣ ਕੇ ਮੇਰਾ ਦਿਮਾਗ ਘੁੰਮ ਗਿਆ। ਮੈਂ ਤਾਂ ਬਿਲਕੁਲ ਭੁੱਲ ਗਿਆ ਸੀ। ਮੈਂ ਕਿਹਾ, ਮਾਲਕਣ, ਮੈਂ ਜ਼ਮੀਨ ਦੇ ਹਿਸਾਬ ਕਿਤਾਬ ਕਰਨ ਲੱਗਿਆ ਹੋਇਆ ਸੀ, ਇਸ ਲਈ ਮੈਨੂੰ ਯਾਦ ਹੀ ਨਹੀਂ ਰਿਹਾ।
ਤਾਂ ਉਸਨੇ ਕਿਹਾ ਕਿ ਜਲਦੀ ਨਾਲ ਜਾ ਅਤੇ ਉਸਨੂੰ ਲੈ ਕੇ ਆ। ਮੈਂ ਜਲਦੀ ਨਾਲ ਸਾਰੇ ਖਾਤੇ ਬੰਦ ਕੀਤੇ ਅਤੇ ਬਾਹਰ ਨਿਕਲ ਕੇ ਡਰਾਈਵਰ ਨੂੰ ਗੁੱਸੇ ਵਾਲੀਆਂ ਨਜ਼ਰਾਂ ਨਾਲ ਦੇਖਿਆ ਅਤੇ ਕਿਹਾ, ਤੂੰ ਮੈਨੂੰ ਦੱਸ ਨਹੀਂ ਸਕਦਾ ਸੀ? ਛੋਟੀ ਜਿਹੀ ਮਾਲਕਣ ਦੀ ਛੁੱਟੀ ਹੋ ਗਈ। ਉਹ ਕਹਿਣ ਲੱਗਿਆ, ਮੈਂ ਕਿਉਂ ਦੱਸਾਂ? ਮਾਲਕਣ ਤਾਂ ਤੈਨੂੰ ਸਾਰੇ ਨੌਕਰਾਂ ਦਾ ਸਰਦਾਰ ਬਣਾ ਕੇ ਗਈ ਹੈ, ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਤੂੰ ਹੀ ਰੱਖ। ਡਰਾਈਵਰ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਗੁੱਸਾ ਚੜ੍ਹਾ ਦਿੱਤਾ ਸੀ। ਮਾਲਕਣ ਕੀ ਗਈ ਸੀ, ਸਾਰੇ ਨੌਕਰ ਸਿਰ 'ਤੇ ਚੜ੍ਹ ਗਏ ਸੀ। ਮਾਲਕਣ ਦੇ ਸਾਹਮਣੇ ਤਾਂ ਸਾਰੇ ਸਿਰ ਝੁਕਾ ਕੇ ਫਿਰਦੇ ਸੀ। ਮੈਂ ਜਲਦੀ ਨਾਲ ਡਰਾਈਵਰ ਦੇ ਨਾਲ ਗੱਡੀ ਵਿੱਚ ਬੈਠਿਆ ਅਤੇ ਜਦ ਸਕੂਲ ਪਹੁੰਚੇ ਤਾਂ ਸਾਰਾ ਸਕੂਲ ਖਾਲੀ ਹੋ ਚੁੱਕਿਆ ਸੀ। ਸਿਰਫ ਸੀਮਾ ਹੀ ਸਕੂਲ ਵਿੱਚ ਰਹਿ ਗਈ ਸੀ। ਚੌਕੀਦਾਰ ਨੇ ਮੈਨੂੰ ਪੁੱਛਿਆ ਕਿ ਇੰਨਾ ਲੇਟ ਕਿਉਂ ਹੋ ਗਿਆ ਏ? ਸੀਮਾ ਗੁੱਸੇ ਵਿੱਚ ਲਾਲ ਪੀਲੀ ਹੋਈ ਹੁੰਦੀ ਗੱਡੀ ਵਿੱਚ ਬੈਠ ਗਈ ਸੀ। ਸਾਰੇ ਰਸਤੇ ਉਹ ਮੈਨੂੰ ਗੱਲਾਂ ਹੀ ਸੁਣਾਉਂਦੀ ਰਹੀ ਕਿ ਆਉਣ ਦੇ ਮਾਂ ਨੂੰ, ਜੇ ਤੇਰੇ ਕੰਨ ਨਾ ਖਿਚਵਾਏ ਤਾਂ ਮੈਨੂੰ ਕਹੀਂ। ਮੇਰਾ ਕਸੂਰ ਸੀ, ਇਸ ਲਈ ਮੈਂ ਚੁੱਪਚਾਪ ਉਸਦੀਆਂ ਗੱਲਾਂ ਸੁਣਦਾ ਰਿਹਾ। ਘਰ ਪਹੁੰਚੇ ਤਾਂ ਖਾਣਾ ਬਣਾਉਣ ਵਾਲੇ ਨੇ ਖਾਣਾ ਤਿਆਰ ਨਹੀਂ ਕੀਤਾ ਸੀ ਅਤੇ ਸਫਾਈ ਵਾਲੀ ਨੇ ਘਰ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਸੀ। ਸਾਰੇ ਆਪਣੀਆਂ ਗੱਲਾਂ ਵਿੱਚ ਬਿਜੀ ਸਨ। ਇਹ ਦੇਖ ਕੇ ਮੇਰਾ ਸਿਰ ਘੁੰਮਣ ਲੱਗ ਗਿਆ। ਮਾਲਕਣ ਦੇ ਬਗੈਰ ਤਾਂ ਇਹ ਘਰ ਸਾਰਾ ਉਥਲ-ਪੁਥਲ ਹੋ ਗਿਆ ਸੀ। ਜੇ ਮੈਂ ਉਹਨਾਂ ਨੂੰ ਕੁਝ ਕਹਿੰਦਾ ਤਾਂ ਉਹ ਮੈਨੂੰ ਕਹਿੰਦੇ ਕਿ ਤੂੰ ਵੀ ਸਾਡੀ ਤਰ੍ਹਾਂ ਨੌਕਰ ਹੀ ਹੈ, ਸਾਡੇ ਸਿਰ 'ਤੇ ਜ਼ਿਆਦਾ ਸਵਾਰ ਨਾ ਹੋ। ਮੈਂ ਨੌਕਰਾਣੀ ਨੂੰ ਠੀਕ ਨਾਲ ਸਫਾਈ ਕਰਨ ਲਈ ਕਿਹਾ ਤਾਂ ਸਾਰਾ ਘਰ ਸਾਫ਼ ਕਰਵਾਇਆ। ਰਾਤ ਨੂੰ ਮੈਂ ਥੱਕ ਚੁੱਕਾ ਸੀ। ਜਦ ਮੈਂ ਸੀਮਾ ਦੇ ਕਮਰੇ ਵਿੱਚ ਗਿਆ ਤਾਂ ਉਹ ਉੱਚੀ ਆਵਾਜ਼ ਵਿੱਚ ਆਪਣਾ ਸਕੂਲ ਦਾ ਕੰਮ ਯਾਦ ਕਰ ਰਹੀ ਸੀ। ਮੈਂ ਹਾਲ ਵਿੱਚ ਸੋਫੇ 'ਤੇ ਜਾ ਕੇ ਸੌਂ ਗਿਆ ਕਿਉਂਕਿ ਮੈਂ ਦਿਨ ਦਾ ਥੱਕਿਆ ਹੋਇਆ ਸੀ। ਰਾਤ ਨੂੰ ਮੈਨੂੰ ਲੱਗਿਆ ਕਿ ਜਿਵੇਂ ਹਾਲ ਵਿੱਚ ਕੋਈ ਹੈ। ਕਿਸੇ ਦੇ ਕਦਮਾਂ ਦੀ ਆਵਾਜ਼ ਮੈਨੂੰ ਸੁਣਾਈ ਦਿੱਤੀ। ਮੈਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਆਦਮੀ ਸੀਮਾ ਦੇ ਕਮਰੇ ਦੇ ਬਾਹਰ ਖੜ੍ਹਾ ਹੈ ਅਤੇ ਕਮਰੇ ਦੀ ਖਿੜਕੀ ਦੇ ਰਾਹੀਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਉੱਚੀ ਆਵਾਜ਼ ਵਿੱਚ ਕਿਹਾ, ਕੌਣ ਹੈ ਉੱਥੇ? ਤਾਂ ਕੋਈ ਡਰਾਇੰਗ ਰੂਮ ਵੱਲ ਨੂੰ ਭੱਜਿਆ। ਮੈਂ ਇੱਕਦਮ ਉੱਠਿਆ ਅਤੇ ਮੈਂ ਵੀ ਡਰਾਇੰਗ ਰੂਮ ਵੱਲ ਨੂੰ ਭੱਜਿਆ, ਪਰ ਮੈਨੂੰ ਉੱਥੇ ਕੋਈ ਦਿਖਾਈ ਨਹੀਂ ਦਿੱਤਾ। ਮੈਂ ਲਾਈਟ ਜਗਾਈ, ਉੱਥੇ ਕੋਈ ਨਹੀਂ। ਡਰਾਇੰਗ ਰੂਮ ਦਾ ਇੱਕ ਦਰਵਾਜ਼ਾ ਬਾਹਰ ਵੱਲ ਨੂੰ ਖੁੱਲ੍ਹਦਾ ਸੀ। ਜਦ ਮੈਂ ਉਹ ਦੇਖਿਆ ਤਾਂ ਉਸਦੀ ਕੁੰਡੀ ਖੁੱਲ੍ਹੀ ਸੀ। ਫਿਰ ਮੈਂ ਉੱਥੋਂ ਬਾਹਰ ਹੋ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ। ਚਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ। ਫਿਰ ਮੈਂ ਡਰਾਇੰਗ ਰੂਮ ਦਾ ਦਰਵਾਜ਼ਾ ਅੰਦਰ ਤੋਂ ਬੰਦ ਕਰ ਲਿਆ ਅਤੇ ਹਾਲ ਵਿੱਚ ਆ ਕੇ ਸੋਫੇ 'ਤੇ ਪੈ ਗਿਆ। ਮੈਂ ਸੋਚਣ ਲੱਗਿਆ ਕਿ ਇਹ ਆਦਮੀ ਕੌਣ ਸੀ ਅਤੇ ਇਸ ਵਕਤ ਇੱਥੇ ਕੀ ਕਰ ਰਿਹਾ ਸੀ। ਪਤਾ ਨਹੀਂ ਮੈਨੂੰ ਕੀ ਸੁੱਝਿਆ। ਮੈਂ ਉੱਠ ਕੇ ਸੀਮਾ ਦੇ ਕਮਰੇ ਵਿੱਚ ਚਲੇ ਗਿਆ ਅਤੇ ਕਾਲੀਨ 'ਤੇ ਜਾ ਕੇ ਲੇਟ ਗਿਆ। ਰਾਤ ਨੂੰ ਜਿਵੇਂ ਹੀ ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸ਼ਾਇਦ ਸੀਮਾ ਨੀਂਦ ਵਿੱਚ ਡਰ ਗਈ ਸੀ। ਉਹ ਨੀਂਦ ਵਿੱਚ ਹੀ ਕਹਿਣ ਲੱਗੀ ਕਿ ਮਾਂ, ਮੈਨੂੰ ਡਰ ਲੱਗ ਰਿਹਾ ਏ, ਇਹ ਕੁੱਤੇ ਮੈਨੂੰ ਖਾ ਜਾਣਗੇ। ਮੇਰਾ ਹੱਥ ਫੜ ਲੈ ਮਾਂ। ਉਹ ਬੈੱਡ 'ਤੇ ਆਪਣਾ ਹੱਥ ਮਾਰ ਰਹੀ ਸੀ। ਸ਼ਾਇਦ ਉਹ ਨੀਂਦ ਵਿੱਚ ਮਾਲਕਣ ਨੂੰ ਲੱਭ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਮੈਂ ਉੱਠਿਆ ਅਤੇ ਆਪਣਾ ਹੱਥ ਸੀਮਾ ਦੇ ਹੱਥ ਵਿੱਚ ਦੇ ਦਿੱਤਾ। ਮੇਰਾ ਹੱਥ ਫੜ ਕੇ ਉਹ ਫਿਰ ਤੋਂ ਗਹਿਰੀ ਨੀਂਦ ਵਿੱਚ ਸੌਂ ਗਈ ਸੀ। ਕਾਫੀ ਦੇਰ ਖੜ੍ਹਾ ਮੈਂ ਇੰਤਜ਼ਾਰ ਕਰਦਾ ਰਿਹਾ ਕਿ ਉਹ ਗਹਿਰੀ ਨੀਂਦ ਵਿੱਚ ਸੌਂ ਜਾਵੇ ਅਤੇ ਫਿਰ ਮੈਂ ਆਪਣਾ ਹੱਥ ਛੁਡਾ ਲਵਾਂ। ਜਦ ਉਹ ਗਹਿਰੀ ਨੀਂਦ ਵਿੱਚ ਸੌਂ ਗਈ ਤਾਂ ਮੈਂ ਹੌਲੀ ਜਿਹੇ ਆਪਣਾ ਹੱਥ ਉਸਦੇ ਹੱਥ ਤੋਂ ਛੁਡਾ ਲਿਆ ਅਤੇ ਕਾਲੀਨ 'ਤੇ ਜਾ ਕੇ ਪੈ ਗਿਆ। ਉਸ ਤੋਂ ਬਾਅਦ ਮੈਂ ਸੀਮਾ ਦੇ ਕਮਰੇ ਵਿੱਚ ਹੀ ਸੌਣ ਲੱਗਿਆ ਸੀ। ਇੱਕ ਦਿਨ ਨੌਕਰ ਨੇ ਦੁੱਧ ਦੀ ਖੀਰ ਬਣਾਈ। ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਵੀ ਖਾ ਲੈ, ਬਹੁਤ ਸਕੂਨ ਦੀ ਨੀਂਦ ਆਵੇਗੀ। ਮੈਂ ਵੀ ਉਹ ਖੀਰ ਖਾ ਲਈ ਅਤੇ ਸੱਚਮੁੱਚ ਹੀ ਉਸ ਰਾਤ ਮੈਨੂੰ ਬਹੁਤ ਗਹਿਰੀ ਨੀਂਦ ਆਈ। ਰਾਤ ਦਾ ਸੁੱਤਾ ਤਾਂ ਮੇਰੀ ਅੱਖ ਸਵੇਰੇ ਹੀ ਖੁੱਲ੍ਹੀ। ਜਦ ਮੈਂ ਦੇਖਿਆ ਤਾਂ ਸੀਮਾ ਬੈੱਡ 'ਤੇ ਨਹੀਂ ਸੀ। ਜਦ ਮੈਂ ਉੱਠਿਆ ਤਾਂ ਸਵੇਰ ਦੇ 5:30 ਹੋ ਚੁੱਕੇ ਸਨ। ਇਸ ਵਕਤ ਤਾਂ ਸੀਮਾ ਨਹੀਂ ਉੱਠਦੀ ਸੀ। ਵੈਸੇ ਵੀ ਅੱਜ ਐਤਵਾਰ ਸੀ, ਛੁੱਟੀ ਸੀ। ਛੁੱਟੀ ਵਾਲੇ ਦਿਨ ਤਾਂ ਉਹ ਵੈਸੇ ਹੀ ਲੇਟ ਉੱਠਦੀ ਸੀ। ਮੈਂ ਜਲਦੀ ਨਾਲ ਉੱਠ ਕੇ ਬਾਹਰ ਆਇਆ ਤਾਂ ਸਾਰੇ ਘਰ ਵਿੱਚ ਦੇਖਿਆ, ਪਰ ਮੈਨੂੰ ਸੀਮਾ ਕਿਤੇ ਵੀ ਦਿਖਾਈ ਨਹੀਂ ਦਿੱਤੀ। ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਜ਼ੋਰ-ਜ਼ੋਰ ਦੀ ਰੌਲਾ ਪਾ ਕੇ ਸਾਰੇ ਨੌਕਰਾਂ ਨੂੰ ਜਗਾ ਦਿੱਤਾ। ਸਾਰੇ ਨੌਕਰ ਵੀ ਘਰ ਵਿੱਚ ਉਸਨੂੰ ਲੱਭਣ ਲੱਗੇ, ਪਰ ਉਹ ਘਰ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ। ਘਬਰਾਹਟ ਦੇ ਮਾਰੇ ਮੇਰਾ ਰੰਗ ਪੀਲਾ ਪੈ ਚੁੱਕਿਆ ਸੀ। ਮਾਲਕਣ ਉਸਨੂੰ ਮੇਰੇ ਭਰੋਸੇ 'ਤੇ ਛੱਡ ਕੇ ਗਈ ਸੀ। ਮੈਨੂੰ ਕਿਵੇਂ ਜਾਗ ਨਹੀਂ ਆਈ ਸੀ? ਮੈਂ ਇੰਨੀ ਗਹਿਰੀ ਨੀਂਦ ਵਿੱਚ ਕਿਉਂ ਸੁੱਤਾ ਸੀ? ਫਿਰ ਮੈਂ ਦੇਖਿਆ ਕਿ ਖਾਣਾ ਬਣਾਉਣ ਵਾਲਾ ਨੌਕਰ ਵੀ ਉੱਥੇ ਨਹੀਂ ਸੀ। ਫਿਰ ਮੇਰੇ ਖਿਆਲ ਵਿੱਚ ਆਇਆ ਕਿ ਕੁਝ ਦਿਨ ਪਹਿਲਾਂ ਮੈਂ ਸੀਮਾ ਦੇ ਕਮਰੇ ਦੇ ਬਾਹਰ ਇੱਕ ਆਦਮੀ ਨੂੰ ਦੇਖਿਆ ਸੀ ਅਤੇ ਉਹ ਭੱਜਦਾ ਹੋਇਆ ਡਰਾਇੰਗ ਰੂਮ ਦੇ ਵਿੱਚ ਆ ਗਿਆ ਸੀ। ਸ਼ਾਇਦ ਉਹ ਖਾਣਾ ਬਣਾਉਣ ਵਾਲਾ ਨੌਕਰ ਹੀ ਹੋਵੇ, ਕਿਉਂਕਿ ਘਰ ਦਾ ਭੇਤ ਤਾਂ ਘਰ ਵਿੱਚ ਰਹਿਣ ਵਾਲੇ ਨੂੰ ਹੀ ਹੁੰਦਾ ਹੈ। ਮੈਂ ਜਲਦੀ ਨਾਲ ਮਾਲਕਣ ਨੂੰ ਫ਼ੋਨ ਕੀਤਾ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ। ਮੈਂ ਖਾਣਾ ਬਣਾਉਣ ਵਾਲੇ ਨੌਕਰ ਦਾ ਘਰ ਜਾਣਦਾ ਸੀ।
ਮਾਲਕਣ ਨੇ ਕਿਹਾ ਕਿ ਤੂੰ ਜਲਦੀ ਨਾਲ ਉਸ ਨੌਕਰ ਦੇ ਘਰ ਪਹੁੰਚ ਤੇ ਮੈਂ ਪੁਲਿਸ ਨੂੰ ਫੋਨ ਕਰ ਦਿੰਦੀ ਹਾਂ। ਮੈਂ ਉਸ ਖਾਣਾ ਬਣਾਉਣ ਵਾਲੇ ਨੌਕਰ ਦੇ ਘਰ ਪਹੁੰਚਿਆ ਤਾਂ ਉਸਦੀ ਪਤਨੀ ਤੇ ਉਸਦੇ ਬੱਚੇ ਕਹਿਣ ਲੱਗੇ ਕਿ ਉਹ ਤਾਂ ਰਾਤ ਤੋਂ ਘਰ ਆਇਆ ਹੀ ਨਹੀਂ। ਫਿਰ ਮੈਂ ਵਾਪਸ ਆ ਗਿਆ। ਮੈਨੂੰ ਆਪਣੇ ਮੁਹੱਲੇ ਦੇ ਆਸ-ਪਾਸ ਕੁਝ ਲੋਕਾਂ ਨੇ ਦੱਸਿਆ ਕਿ ਅਸੀਂ ਦੇਖਿਆ ਸੀ ਇੱਕ ਆਦਮੀ ਸੀਮਾ ਨੂੰ ਮੂੰਹ 'ਤੇ ਹੱਥ ਰੱਖ ਕੇ ਗੱਡੀ ਵਿੱਚ ਜ਼ਬਰਦਸਤੀ ਬਿਠਾ ਕੇ ਲਿਆ ਰਿਹਾ ਸੀ। ਇੰਨੇ ਨੂੰ ਪੁਲਿਸ ਵੀ ਪਹੁੰਚ ਗਈ। ਘਰ ਦੇ ਬਾਹਰ ਲੱਗੇ ਹੋਏ ਕੈਮਰਿਆਂ ਦੀ ਮਦਦ ਨਾਲ ਉਸ ਗੱਡੀ ਦੇ ਨੰਬਰ ਦਾ ਪਤਾ ਲੱਗ ਗਿਆ। ਕੈਮਰੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਖਾਣਾ ਬਣਾਉਣ ਵਾਲਾ ਨੌਕਰ ਸੀਮਾ ਦੇ ਮੂੰਹ 'ਤੇ ਹੱਥ ਰੱਖ ਕੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਰਿਹਾ ਸੀ। ਗੱਡੀ ਦਾ ਨੰਬਰ ਟਰੇਸ ਕਰ ਲਿਆ ਗਿਆ ਸੀ। ਮੈਂ ਵੀ ਪੁਲਿਸ ਵਾਲਿਆਂ ਦੇ ਨਾਲ ਹੀ ਚਲਾ ਗਿਆ। ਗੱਡੀ ਇੱਕ ਸੁੰਨਸਾਨ ਜਗ੍ਹਾ 'ਤੇ ਖੜ੍ਹੀ ਸੀ। ਮੈਨੂੰ ਯਾਦ ਆਉਣ ਲੱਗਿਆ ਕਿ ਇੱਕ ਵਾਰ ਉਹ ਮੈਨੂੰ ਆਪਣੇ ਨਾਲ ਇੱਥੇ ਲੈ ਕੇ ਆਇਆ ਸੀ। ਇੱਥੇ ਉਸਦੇ ਕੁਝ ਦੋਸਤ ਰਹਿੰਦੇ ਹਨ। ਮੈਂ ਭੱਜ ਕੇ ਉੱਧਰ ਵੱਲ ਜਾਣ ਲੱਗਾ ਜਿੱਧਰ ਉਸਦੇ ਦੋਸਤ ਰਹਿੰਦੇ ਸਨ। ਪੁਲਿਸ ਬਾਅਦ ਵਿੱਚ ਪਹੁੰਚੀ ਪਰ ਮੈਂ ਭੱਜ ਕੇ ਉੱਥੇ ਪਹਿਲਾਂ ਪਹੁੰਚ ਗਿਆ ਸੀ। ਮੈਂ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲ੍ਹ ਦਿੱਤਾ। ਸਾਹਮਣੇ ਉਹ ਖਾਣਾ ਬਣਾਉਣ ਵਾਲਾ ਨੌਕਰ ਤੇ 2 ਆਦਮੀ ਹੋਰ ਸਨ। ਉਹਨਾਂ ਨੇ ਸੀਮਾ ਨੂੰ ਹੱਥ ਪੈਰ ਬੰਨ੍ਹ ਕੇ ਇੱਕ ਕੁਰਸੀ 'ਤੇ ਬਿਠਾਇਆ ਹੋਇਆ ਸੀ। ਸੀਮਾ ਰੋ ਰਹੀ ਸੀ। ਇਹ ਦੇਖ ਕੇ ਮੇਰਾ ਖੂਨ ਖੌਲ ਉੱਠਿਆ। ਮੈਂ ਉਹਨਾਂ ਤਿੰਨਾਂ ਦੀ ਪਿਟਾਈ ਕਰਨੀ ਸ਼ੁਰੂ ਕਰ ਦਿੱਤੀ। ਇੰਨੇ ਨੂੰ ਪੁਲਿਸ ਵੀ ਉੱਥੇ ਪਹੁੰਚ ਗਈ। ਪੁਲਿਸ ਉਹਨਾਂ ਤਿੰਨਾਂ ਨੂੰ ਫੜ ਕੇ ਲੈ ਗਈ। ਸੀਮਾ ਬਹੁਤ ਡਰੀ ਹੋਈ ਸੀ। ਉਹ ਮੇਰੇ ਗਲੇ ਲੱਗ ਗਈ। ਉਹ ਬਹੁਤ ਰੋ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਪਰੇਸ਼ਾਨ ਨਾ ਹੋ। ਜਦ ਤੱਕ ਮੈਂ ਜਿੰਦਾ ਹਾਂ ਤੈਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ। ਸ਼ਾਮ ਤੱਕ ਮਾਲਕਣ ਵੀ ਘਰ ਪਹੁੰਚ ਗਈ ਸੀ। ਮਾਲਕਣ ਸੀਮਾ ਨੂੰ ਗਲੇ ਲਗਾ ਕੇ ਰੋਣ ਲੱਗੀ ਤੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ 'ਤੇ ਪੂਰਾ ਭਰੋਸਾ ਸੀ ਕਿ ਤੂੰ ਮੇਰੀ ਬੱਚੀ ਦੀ ਹਿਫਾਜ਼ਤ ਜ਼ਰੂਰ ਕਰੇਂਗਾ। ਮੈਂ ਕਿਹਾ ਕਿ ਮੈਂ ਇਸ ਨੂੰ ਹਮੇਸ਼ਾ ਆਪਣੀ ਛੋਟੀ ਭੈਣ ਦੀ ਤਰ੍ਹਾਂ ਹੀ ਸਮਝਦਾ ਹਾਂ। ਜਦ ਤੱਕ ਮੈਂ ਜਿੰਦਾ ਹਾਂ ਤੁਸੀਂ ਬੇਫਿਕਰ ਰਹੋ। ਨਾ ਤਾਂ ਤੁਹਾਡੇ ਵੱਲ ਕੋਈ ਅੱਖ ਚੱਕ ਕੇ ਦੇਖ ਸਕਦਾ ਹੈ ਤੇ ਨਾ ਹੀ ਸੀਮਾ ਵੱਲ। ਇਹ ਸੁਣ ਕੇ ਮਾਲਕਣ ਤੇ ਸੀਮਾ ਦੋਨੋਂ ਹੀ ਖੁਸ਼ ਹੋ ਗਈਆਂ। ਜੇਕਰ ਦੋਸਤੋ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ, ਕਮੈਂਟ, ਸ਼ੇਅਰ ਕਰਕੇ ਜ਼ਰੂਰ ਦੱਸਣਾ। ਧੰਨਵਾਦ ਜੀ।